ਇਹ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ। ਉਮੀਦ ਕਰਦੇ ਹਾਂ ਤੁਸੀਂ ਸਾਰੇ ਹੀ ਠੀਕ ਹੋਵੋਗੇ। ਤਾਂ 12ਵੀਂ ਕਲਾਸ ਵਾਲਿਆਂ ਦਾ ਕੱਲ੍ਹ ਨੂੰ ਹੋਣਾ ਵਾ ਇਲੈਕਟਿਵ ਪੰਜਾਬੀ ਦਾ ਪੇਪਰ। ਸੋ ਉਹਦੇ ਤਿਆਰੀ ਦੇ ਲਈ ਇਹ ਵੀਡੀਓ ਆ ਜੋ ਸਾਹਿਤ ਬੋਧ ਵਿੱਚੋਂ ਤੁਹਾਨੂੰ ਕੁਐਸਚਨ ਆਉਣਗੇ 7 ਨੰਬਰ ਦੇ ਹੈ ਨਾ। ਉਹਦੇ ਵਿੱਚ ਜਾਂ ਕਵਿਤਾ 'ਤੇ ਨੋਟ ਲਿਖੋ ਜਾਂ ਜੀਵਨੀ 'ਤੇ ਲਿਖੋ ਜਾਂ ਨਾਟਕ 'ਤੇ ਲਿਖੋ ਹੈ ਨਾ। ਤਾਂ ਮੈਂ ਇਹਦੇ ਵਿੱਚ 3 ਜਿਹੜੇ ਮੋਸਟ ਇੰਪੋਰਟੈਂਟ ਆ ਜਿਹੜੇ ਫੁੱਲ ਚਾਂਸਿਸ ਆ ਆਉਣ ਦੇ, ਤੇ ਨਾਲ ਹੀ ਥੱਲੇ ਹੁੰਦਾ ਹੈ ਕਿ ਕਿਸੇ ਇੱਕ ਉੱਤੇ ਨੋਟ ਲਿਖੋ। ਉਦਾਹਰਨ ਸੱਜਦਾ ਉਪਮਾ ਅਲੰਕਾਰ ਹੋ ਗਿਆ, ਕਥਨੀ ਅਲੰਕਾਰ ਹੋ ਗਿਆ, ਅਨੁਪ੍ਰਾਸ ਅਲੰਕਾਰ ਹੋ ਗਿਆ। ਇਹਨਾਂ 'ਤੇ ਕਹਿੰਦੇ ਕਿ ਨੋਟ ਲਿਖੋ ਅਤੇ ਮਤਲਬ ਉਦਾਹਰਣ ਵੀ ਦੇਣਾ ਆ। ਸੋ ਇਸ ਵੀਡੀਓ ਵਿੱਚ ਆਪਾਂ ਇਹ ਸੋਲਵ ਕਰਾਂਗੇ। ਦੈਨ ਆਪਣੇ ਚੈਨਲ 'ਤੇ ਨਾ ਕਿੰਨੇ ਸਾਰੇ ਵੀਡੀਓਜ਼ ਅਪਲੋਡ ਕਰ ਦਿੱਤੇ, ਘੱਟੋ ਘੱਟ 5 ਵੀਡੀਓ। ਜਾ ਕੇ ਪਲੇਲਿਸਟ ਵਿੱਚੋਂ ਵਾਚ ਕਰ ਲਿਓ। ਪਲੇਲਿਸਟ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਆ, ਅਤੇ ਇੱਕ ਮੋਟੀਵੇਸ਼ਨਲ ਵੀਡੀਓ ਬਣਾਇਆ ਵਾ ਤੁਹਾਡੇ ਵਾਸਤੇ, ਉਹਦਾ ਵੀ ਲਿੰਕ ਡਿਸਕ੍ਰਿਪਸ਼ਨ 'ਚ ਆ, ਉਹਨੂੰ ਵੀ ਵਾਚ ਕਰ ਲਿਓ। ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ। ਪਹਿਲਾ ਹੈ ਆਪਣਾ ਕਿ ਕਵਿਤਾ ਬਾਰੇ ਨੋਟ ਲਿਖੋ। ਕਹਿੰਦਾ ਕਵਿਤਾ ਦੁਨੀਆ ਦਾ ਸਭ ਤੋਂ ਪੁਰਾਤਨ ਸਾਹਿਤ ਰੂਪ ਹੈ। ਇਸ ਕਰਕੇ ਇਸ ਨੂੰ ਸਾਹਿਤ ਰੂਪ ਵਿੱਚੋਂ ਜੇਠੀ ਅਤੇ ਪਲੇਠੀ ਵੀ ਕਿਹਾ ਜਾਂਦਾ ਆ। ਇਹ ਸਭ ਤੋਂ ਪੁਰਾਤਨ ਸਾਹਿਤ ਰੂਪ ਆ, ਇਸ ਕਰਕੇ ਇਸ ਨੂੰ ਸਾਹਿਤ ਰੂਪ ਵਿੱਚੋਂ ਜੇਠੀ ਅਤੇ ਪਲੇਠੀ ਵੀ ਕਿਹਾ ਜਾਂਦਾ ਆ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਆਦਿ ਮਾਨਵ ਵੱਲੋਂ ਖੁਸ਼ੀ ਵਿੱਚ ਮਾਰੀ ਕਿਲਕਾਰੀ ਦਾ ਜਾਂ ਦੁੱਖ ਵਿੱਚ ਉਸ ਦੇ ਅੰਦਰੋਂ ਨਿਕਲਣ ਵਾਲੀ ਵੇਦਨਾ ਭਰੀ ਚੀਕ ਇਸ ਦੀਆਂ ਦੁਨੀਆ ਦੀ ਪਹਿਲੀ ਕਵਿਤਾ ਹੋਵੇਗੀ। ਜੋ ਆਪਣੇ ਵਿਦਵਾਨ ਹੈਗੇ ਉਹਨਾਂ ਦਾ ਮੰਨਣਾ ਆ ਕਿ ਜਿਹੜੇ ਆਦਿ ਮਾਨਵ ਲੋਕ ਹੁੰਦੇ ਸੀ ਉਹਨਾਂ ਵੱਲੋਂ ਜਾਂ ਦੁੱਖ ਦਾ ਜਾਂ ਖੁਸ਼ੀ ਦੀ ਜੋ ਪਹਿਲੀ ਚੀਕ ਮਾਰੀ ਗਈ ਦੁਨੀਆ ਦੀ ਪਹਿਲੀ ਕਵਿਤਾ ਹੋਵੇਗੀ, ਉਹਨਾਂ ਦਾ ਮੰਨਣਾ ਆ। ਇੱਥੋਂ ਤੁਹਾਡਾ ਹੋ ਜਾਂਦਾ ਸ਼ੁਰੂ, ਅਤੇ ਉਸ ਤੋਂ ਬਾਅਦ ਦੇਣਾ ਤੁਸੀਂ ਪਰਿਭਾਸ਼ਾ। ਕਵਿਤਾ ਤੋਂ ਭਾਵ ਅਜਿਹੀ ਸ਼ਬਦ ਰਚਨਾ ਹੈ ਜਿਸ ਵਿੱਚ ਖਿਆਲ, ਜਜ਼ਬਾ, ਕਲਪਨਾ ਅਤੇ ਲੈਅ, ਤਾਲ ਜਾਂ ਕਿਸੇ ਤਰ੍ਹਾਂ ਦੇ ਵਜ਼ਨ ਤੋਲ ਦਾ ਸੁਮੇਲ ਹੋਵੇ। ਕਵਿਤਾ ਇੱਕ ਕਲਾਤਮਿਕ ਭਾਸ਼ਿਕ ਸਿਰਜਣਾ ਹੈ ਜਿਹੜੀ ਮਨੁੱਖੀ ਜਜ਼ਬਾਤਾਂ ਦੀ ਪ੍ਰਤੀਨਿਧ ਕਰਦੀ ਹੈ। ਇਹਦੇ ਵਿੱਚ ਕੀ ਹੁੰਦਾ ਆ, ਕਹਿੰਦੇ ਕਿ ਖਿਆਲ ਹੋ ਗਿਆ, ਜਜ਼ਬਾ ਹੋ ਗਿਆ, ਕਲਪਨਾ ਹੋ ਗਿਆ, ਸਭ ਕੁਛ ਇਹਦੇ ਵਿੱਚ ਹੁੰਦਾ ਆ। ਇੱਕ ਮਨੁੱਖ ਦਾ ਪੂਰਾ ਜਜ਼ਬਾਤ ਹੁੰਦਾ ਆ ਸਭ ਕੁਛ। ਪਰਿਭਾਸ਼ਾ ਇੱਦਾਂ ਦੇ ਦੇਣਾ ਤੁਸੀਂ। ਇਸ ਤੋਂ ਬਾਅਦ ਇਹਦੇ ਤੱਤ ਵੀ ਲਿਖਣੇ ਆ, ਤਾਂ ਤੁਹਾਨੂੰ ਪੂਰੇ ਨੰਬਰ ਮਿਲਣੇ ਆ। 7 ਨੰਬਰ ਤਾਂ ਮਿਲਣੇ ਆ ਪੂਰੇ ਪੁਆਇੰਟ ਲਿਖੋਗੇ ਤਾਂ। ਕਵਿਤਾ ਦੇ ਤੱਤ। ਕਵਿਤਾ ਦੀ ਸਿਰਜਣਾ ਵਿੱਚ ਬਹੁਤ ਸਾਰੇ ਤੱਤ ਕਾਰਜਸ਼ੀਲ ਹੁੰਦੇ ਹਨ। ਬੇਸ਼ੱਕ ਇਹਨਾਂ ਤੱਤਾਂ ਨੂੰ ਇੱਕ ਦੂਜੇ ਨਾਲੋਂ ਨਿਖੇੜਨਾ ਮੁੱਲੋਂ ਅਸੰਭਵ ਹੁੰਦਾ ਹੈ, ਪਰੰਤੂ ਸੰਰਚਨਾ ਦੇ ਸੰਗਠਨ ਦੇ ਪ੍ਰਸੰਗ ਵਿੱਚ ਇਹਨਾਂ ਬਾਰੇ ਰਚਨਾ ਕੀਤੀ ਜਾ ਸਕਦੀ ਹੈ। ਨੈਕਸਟ ਆਪਣਾ ਕੀ ਕਾਵਿ ਭਾਸ਼ਾ। ਭਾਸ਼ਾ ਨੂੰ ਕਾਵਿ ਸਿਰਜਣਾ ਦਾ ਕੱਚਾ ਮਸਾਲਾ ਕਿਹਾ ਜਾਂਦਾ ਹੈ। ਕਵਿਤਾ ਵਿੱਚ ਭਾਵਾਂ ਦਾ ਹੜ ਹੁੰਦਾ ਹੈ ਜੋ ਭਾਸ਼ਾਈ ਵਿਆਕਰਨਿਕ ਬੰਧਨਾਂ ਤੋਂ ਮੁਕਤ ਹੁੰਦਾ ਆ। ਇਸ ਤੋਂ ਬਾਅਦ ਤੁਸੀਂ ਵਿਚਾਰ ਲਿਖਣਾ ਆ। ਇਹ ਮੈਂ ਮਤਲਬ ਸ਼ਾਰਟ ਕੀਤਾ ਹੈ ਆਪਣੇ ਵੱਲੋਂ, ਗਾਈਡ 'ਤੇ ਤਾਂ ਬਹੁਤ ਹੀ ਲੌਂਗ ਸੀ। ਅਜੋਕੇ ਵਿਗਿਆਨਿਕ ਯੁੱਗ ਵਿੱਚ ਕਵਿਤਾ ਵਿੱਚ ਵਿਚਾਰ ਤੱਤ ਦਾ ਮਹੱਤਵ ਵਧਿਆ ਹੈ। ਕਵੀ ਇੱਕ ਸੰਵੇਦਨਸ਼ੀਲ ਮਨੁੱਖ ਹੋਣ ਕਰਕੇ ਆਪਣੇ ਆਲੇ ਦੁਆਲੇ ਵਿੱਚੋਂ ਜਿਹੜੇ ਅਨੁਭਵ ਪ੍ਰਾਪਤ ਕਰਦਾ ਹੈ ਉਹ ਉਸ ਦੇ ਵਿਚਾਰ ਦਾ ਆਧਾਰ ਬਣਦੇ ਹਨ। ਨੈਕਸਟ ਹੈ ਆਪਣਾ ਕੀ ਕਲਪਨਾ ਕਵਿਤਾ ਦਾ ਇੱਕ ਹੋਰ ਵਿਸ਼ੇਸ਼ ਤੱਤ ਹੈ। ਅੰਗਰੇਜ਼ੀ ਕਵੀ ਕਾਲਰਿਜ ਅਨੁਸਾਰ ਕਵਿਤਾ ਤਾਂ ਪੈਦਾ ਹੋਈ ਹੀ ਕਲਪਨਾ ਤੋਂ ਹੈ। ਇਹਨਾਂ ਦਾ ਮੰਨਣਾ ਆ ਕਿ ਜੋ ਕਵਿਤਾ ਆ ਉਹ ਕਲਪਨਾ ਤੋਂ ਪੈਦਾ ਹੋਈ ਆ। ਕਲਪਨਾ ਸ਼ਕਤੀ ਨਾਲ ਹੀ ਕਵੀ ਅਣਦੇਖੇ ਅਤੇ ਅਣਜਾਣੇ ਦ੍ਰਿਸ਼ਾਂ ਅਤੇ ਵਸਤਾਂ ਨੂੰ ਇਸ ਪ੍ਰਕਾਰ ਚਿੱਤਰ ਦਿੰਦੇ ਹਨ ਕਿ ਉਹ ਬਿਲਕੁਲ ਹੀ ਅਸਲ ਵਰਗੇ ਪ੍ਰਤੀਤ ਹੁੰਦੇ ਹਨ। ਹੁਣ ਕਈ ਜਣੇ ਮਤਲਬ ਇਮੇਜਿਨ ਕਰਦੇ ਆ ਕਿ ਮੈਂ ਦਿੱਲੀ ਗਿਆ ਸੀ ਘੁੰਮਣ, ਇੱਦਾਂ ਆ ਉੱਦਾਂ ਆ, ਮਤਲਬ ਨਾ ਇੱਕ ਦਿਮਾਗ 'ਚ ਸੈੱਟ ਕਰ ਲੈਣਾ ਅਤੇ ਉਹਨੂੰ ਇੱਕ ਕਾਪੀ 'ਤੇ ਲਿਖ ਦੇਣਾ ਕਿ ਮੈਂ ਚਲੋ ਪੰਜਾਬ ਤੋਂ ਪਹਿਲਾਂ ਖੰਨੇ ਗਿਆ, ਖੰਨੇ ਤੋਂ ਫਿਰ ਸਰਹਿੰਦ ਗਿਆ, ਉੱਧਰ ਜਾ ਕੇ ਫਿਰ ਦਿੱਲੀ ਗਿਆ ਹੈ ਨਾ। ਮਤਲਬ ਇੱਕ ਦਿਮਾਗ 'ਚ ਸੈੱਟ ਕਰਕੇ ਪੂਰਾ ਸਰਕਲ ਆਪਾਂ ਲਿਖ ਦਿੰਦੇ ਉਹ ਚੀਜ਼, ਤਾਂ ਉਹਨੂੰ ਕਲਪਨਾ ਕਹਿ ਦਿੰਦੇ ਆ। ਓਕੇ ਨਾ, ਜਿਸ ਤੋਂ ਇੱਕ ਕਵਿਤਾ ਤਿਆਰ ਹੋ ਜਾਂਦੀ ਆ। ਪੰਜਾਬੀ ਕਵਿਤਾ ਦਾ ਇਤਿਹਾਸ ਬੜਾ ਸ਼ਾਨਦਾਰ ਅਤੇ ਅਮੀਰ ਹੈ। ਇਸ ਦੇ ਮਹੱਤਵਪੂਰਨ ਕਈ ਕਵੀ ਹਨ। ਸੂਫੀ ਪਰੰਪਰਾ ਵਿੱਚ ਸ਼ੇਖ ਫਰੀਦ, ਸ਼ਾਹ ਹੁਸੈਨ, ਬੁੱਲੇ ਸ਼ਾਹ
ਤੇ ਗੁਰ ਕਾ ਪਰੰਪਰਾ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ। ਆਧੁਨਿਕ ਕਵਿਤਾ ਵਿੱਚ ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਆਦਿ ਮੁੱਖ ਹਨ। ਇੱਥੇ ਤੱਕ ਤੁਹਾਡਾ ਹੋ ਜਾਂਦਾ। ਜੇ ਤੁਸੀਂ ਇੰਨਾ ਟੋਟਲੀ ਕਰਕੇ ਆਉਂਦੇ ਹੋ ਤੁਹਾਨੂੰ 7 ਨੰਬਰ ਪੱਕਾ ਮਿਲਣਾ ਹੀ ਮਿਲਣਾ ਆ। ਮੈਂ ਦੱਸ ਦਿੰਦਾ ਤੁਹਾਨੂੰ ਕਿਉਂ, ਕਿਉਂਕਿ ਦੇਖੋ ਪੁਆਇੰਟ ਇਹਦੇ ਵਿੱਚ ਕਿੰਨੇ ਕਵਰ ਅਪ ਹੋ ਗਏ, 2 ਪੇਜ ਲਿਖਿਆ ਕੁਛ ਨਹੀਂ ਹੈਗਾ, ਮੈਂ ਬਹੁਤ ਹੀ ਸ਼ਾਰਟ ਕੀਤਾ ਆ। ਇੱਕ ਤੁਸੀਂ ਇਹਨਾਂ ਦਾ ਆਹ ਦੱਸਤਾ ਪਹਿਲਾਂ ਜੋ ਸ਼ੁਰੂਆਤ ਹੁੰਦਾ ਹੈ ਨਾ, ਸਟਾਰਟ। ਉਸ ਤੋਂ ਬਾਅਦ ਪਰਿਭਾਸ਼ਾ ਦੱਸਤੇ, 2 ਨੰਬਰ ਤੇ 2 ਹੋ ਗਿਆ, 2 ਨੰਬਰ ਤਾਂ ਇੱਥੇ ਬਣ ਗਏ ਤੁਹਾਡੇ ਪੱਕੇ। ਇਸ ਤੋਂ ਬਾਅਦ ਕਵਿਤਾ ਦੇ ਤੱਤ 3 4 ਵਿਚਾਰ 4 ਆ ਗਿਆ, ਤੇ ਕਲਪਨਾ 5, ਤੇ ਪੰਜਾਬੀ ਕਵਿਤਾ 6 ਪੁਆਇੰਟ ਕਹਿ ਸਕਦੇ, 1 ਪਲੱਸ ਕਰਕੇ 7 ਚੀਜ਼ ਆਪਾਂ ਇਹਦੇ ਵਿੱਚ ਐਡ ਕੀਤੇ ਆ, ਤੁਹਾਡੇ ਨੰਬਰ ਪੂਰੇ ਆ। ਇਸ ਤੋਂ ਬਾਅਦ ਆ ਜਾਂਦੇ ਤੁਹਾਡੇ ਕਿ 1 ਮਿੰਟ ਰੁਕ ਜਾਓ, ਪਹਿਲਾਂ ਆਪਾਂ ਕਰਦੇ ਹਾਂ ਨਾਟਕ। ਪਹਿਲਾਂ ਤੁਸੀਂ ਨਾਟਕ ਬਾਰੇ ਥੋੜ੍ਹਾ ਜਿਹਾ ਲਿਖਣਾ ਆ। ਨਾਟਕ ਸ਼ਬਦ ਸੰਸਕ੍ਰਿਤ ਸ਼ਬਦ ਨਟ ਜਾਂ ਨਟ ਸ਼ਬਦ ਤੋਂ ਜਾਂ ਧਾਤੂ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਨਾਚ। ਇਸ ਤੋਂ ਬਾਅਦ ਵਿੱਚ ਇਸ ਨਾਟਕ ਵਿੱਚ ਨਕਲ ਜਾਂ ਅਨੁਕਰਨ ਨੂੰ ਵੀ ਜੋੜਿਆ ਜਾਣ ਲੱਗਿਆ। ਇਸ ਦੇ ਸਿਧਾਂਤ ਸੰਬੰਧੀ ਸਭ ਤੋਂ ਮੁੱਢਲੀ ਅਤੇ ਮਹੱਤਵਪੂਰਨ ਰਚਨਾ ਭਰਤਮਈ ਦਾ ਨਾਟਯ ਸ਼ਾਸਤਰ ਹੈ। ਐਕਸਪੋਰਟ ਇੰਗਲਿਸ਼ ਡਿਕਸ਼ਨਰੀ ਅਨੁਸਾਰ ਨਾਟਕ ਕਵਿਤਾ ਜਾਂ ਵਾਰਤਕ ਰੂਪ ਵਿੱਚ ਲਿਖੀ ਅਤੇ ਰੰਗਮੰਚ ਉੱਤੇ ਪੇਸ਼ ਹੋ ਸਕਣ ਵਾਲੀ ਉਸ ਰਚਨਾ ਨੂੰ ਆਖਿਆ ਜਾਂਦਾ ਹੈ ਜਿਸ ਕਵਿਤਾ ਜਾਂ ਵਾਰਤਕ ਜਾਂ ਕਹਾਣੀ ਨੂੰ ਵਾਰਤਾਲਾਪ ਦੇ ਰੂਪ ਜਾਂ ਕਾਰਜ ਰਾਹੀਂ ਜੀਵਨ ਵਰਗੀ ਸੰਜੀਵਨੀ ਨਾਲ ਪੇਸ਼ ਕੀਤਾ ਜਾਂਦਾ ਹੈ। ਹੁਣ ਨਾਟਕ ਕਈਆਂ ਨੇ ਦੇਖਿਆ ਹੋਣਾ, ਉਹਦੇ ਵਿੱਚ ਇੱਕ ਕਵਿਤਾ ਵੀ ਕਹਿ ਸਕਦੇ ਹਾਂ, ਅਤੇ ਇੱਕ ਜੋ ਜੀਵਨ ਹੁੰਦਾ ਨਾ ਉਹਨੂੰ ਪੇਸ਼ ਕੀਤਾ ਜਾਂਦਾ ਨਾਟਕ ਰਾਹੀਂ, ਓਕੇ ਨਾ। ਅਤੇ ਨਾਟਕ ਦੇ ਤੱਤ ਵਿਸ਼ਾ ਵਸਤੂ ਹੋ ਗਿਆ। ਨਾਟਕ ਵਿੱਚ ਪ੍ਰਗਟਾਈ ਗਈ ਵਿਚਾਰਧਾਰਾ ਜਾਂ ਸਮੱਸਿਆ ਜਾਂ ਦ੍ਰਿਸ਼ਟੀਕੋਣ ਨੂੰ ਵਿਸ਼ਾ ਆਖਦੇ ਹਨ। ਵਿਸ਼ਾ ਨਾਟਕ ਦੀ ਅੰਤਰਲੀ ਸਮੱਗਰੀ ਨਾਲ ਸੰਬੰਧਿਤ ਹੈ। ਨਾਟਕ ਦਾ ਵਿਸ਼ਾ ਆਮ ਜੀਵਨ ਵਿੱਚ ਹੋਣਾ ਚਾਹੀਦਾ ਹੈ ਤਾਂ ਜੋ ਆਮ ਪਾਠਕ ਨੂੰ ਉਸ ਅੰਦਰ ਦਿਲਚਸਪੀ ਪੈਦਾ ਹੋਵੇ। ਵਿਸ਼ਾ ਸਮਾਜਿਕ ਪੱਖੋਂ ਵੀ ਸਾਰਥਿਕ ਜਾਂ ਮਾਰਥਕ ਹੋਣਾ ਚਾਹੀਦਾ ਆ। ਇਸ ਤੋਂ ਬਾਅਦ ਪਲਾਟ ਹੁੰਦੇ ਆ ਕਿ ਪਲਾਟ ਨੂੰ ਕਈ ਵਿਅਕਤੀ ਕਹਾਣੀ ਸਮਝ ਲੈਂਦੇ ਹਨ, ਪਰੰਤੂ ਇਹ ਨਿਰੀ ਪੂਰੀ ਕਹਾਣੀ ਨਹੀਂ ਹੈ। ਇਸ ਵਿੱਚ ਬਹੁਤ ਕੁਝ ਸ਼ਾਮਿਲ ਹੁੰਦਾ ਹੈ, ਜਿਵੇਂ ਕਿ ਕਹਾਣੀ ਦੀ ਹੋਂਦ, ਸੈਟਿੰਗ ਆਦਿ। ਪਲਾਟ ਦਾ ਸੰਬੰਧ ਘਟਨਾਵਾਂ ਦੀ ਕਾਰਜ ਕਾਰਨ ਯੁਕਤ ਸੰਗਲੀ ਨਾਲ ਹੁੰਦਾ ਹੈ। ਪਲਾਟ ਦੇ 6 ਭਾਗ ਮੰਨੇ ਗਏ ਹਨ। ਪਹਿਲਾ ਭਾਗ ਹੈ ਪ੍ਰਸਤਾਵਨਾ, ਆਰੰਭਿਕ ਘਟਨਾ। ਇਸ ਤੋਂ ਬਾਅਦ ਹੈ ਵਿਕਾਸ ਕਰਨ ਦਾ ਕਾਰਜ, ਸਿਖਰ, ਉਤਾਰ ਅਤੇ ਸਮਾਪਤੀ। ਇਸ ਤੋਂ ਇਲਾਵਾ 3 ਏਕਤਾਵਾਂ ਹੁੰਦੀਆਂ ਹਨ, ਸਮੇਂ ਦੀ ਏਕਤਾ, ਸਥਾਨ ਦੀ ਏਕਤਾ ਅਤੇ ਕਾਰਜ ਦੀ ਏਕਤਾ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਵਿੱਚ ਚਰਿੱਤਰ ਚਿਤਰਨ, ਵਾਰਤਾਲਾਪ ਜਾਂ ਸੰਵਾਦ, ਦੇਸ਼ ਕਾਲ ਜਾਂ ਵਾਤਾਵਰਣ, ਸ਼ੈਲੀ, 7 ਨੰਬਰ 'ਤੇ ਉਦੇਸ਼ ਆਦਿ ਸ਼ਾਮਿਲ ਹੁੰਦੇ ਹਨ। ਇਸ ਤੋਂ ਬਾਅਦ ਨੈਕਸਟ ਆ ਜਾਣਾ ਆਪਣਾ ਪਹਿਲਾਂ ਇਕਾਂਗੀ। ਮੈਂ ਤੁਹਾਨੂੰ ਪਹਿਲਾਂ ਵੀ ਕਰਵਾਇਆ ਹੋਇਆ ਆਈ ਥਿੰਕ, ਫਿਰ ਵੀ ਆਪਾਂ ਇੱਕ ਰੀਡਿੰਗ ਮਾਰ ਲੈਂਦੇ ਹਾਂ ਜਸਟ। ਇਕਾਂਗੀ ਬਾਰੇ ਤੁਸੀਂ ਕੀ ਜਾਣਦੇ ਹੋ, ਇਸ ਸੰਬੰਧੀ ਇੱਕ ਨੋਟ ਲਿਖੋ। ਉੱਥੇ ਸਿੱਧਾ ਲਿਖਿਆ ਆਉਣਾ ਕਿ ਇਕਾਂਗੀ ਹੈ ਨਾ। ਤਾਂ ਇਕਾਂਗੀ ਨਾਟਕ ਕਲਾ ਦੀਆਂ ਵੰਨਗੀਆਂ ਵਿੱਚੋਂ ਇੱਕ ਅਜਿਹੀ ਵੰਨਗੀ ਹੈ ਜਿਸ ਨੂੰ ਸਭ ਤੋਂ ਵੱਧ ਲੋਕਪ੍ਰਿਅਤਾ ਹਾਸਿਲ ਹੈ। ਉਹ ਬਹੁਅੰਗੀ ਨਾਟਕ ਦਾ ਟੋਟਾ ਨਹੀਂ ਹੁੰਦਾ, ਸਗੋਂ ਇੱਕੋ ਅੰਗ ਵਿੱਚ ਸੰਪੰਨ ਹੋਣ ਵਾਲਾ ਨਾਟਕ ਹੈ ਅਤੇ ਇਹ ਸਾਹਿਤ ਦਾ ਇੱਕ ਸੁਤੰਤਰ ਰੂਪ ਹੈ। ਇਸ ਦਾ ਪ੍ਰਭਾਵ ਬਹੁਅੰਗੀ ਨਾਟਕ ਨਾਲੋਂ ਵਧੇਰੇ ਤੀਖਣ ਅਤੇ ਡੂੰਘਾ ਹੁੰਦਾ ਹੈ। ਪੂਰੇ ਨਾਟਕ ਵਾਂਗ ਇਸ ਵਿੱਚ ਜੀਵਨ ਦੀਆਂ ਬਹੁਤੀਆਂ ਗੁੰਝਲਾਂ ਜਾਂ ਸਮੱਸਿਆਵਾਂ ਨੂੰ ਪੇਸ਼ ਕਰਨ ਦੀ ਸਮਰੱਥਾ ਨਹੀਂ ਹੁੰਦੀ, ਸਗੋਂ ਇਸ ਵਿੱਚ ਕਿਸੇ ਇੱਕੋ ਵਿਸ਼ੇਸ਼ ਨਾਟਕੀ ਘਟਨਾ ਜਾਂ ਸਥਿਤੀ ਦੀ ਪੇਸ਼ਕਾਰੀ ਹੁੰਦੀ ਹੈ। ਯਾਨੀ ਲੌਂਗ ਸੀ, ਮੈਂ ਕੱਟ ਕੇ ਛੋਟਾ ਕਰਤਾ ਆ, ਉਨਾ ਹੀ ਲਿਖ ਲੈਣਾ ਤੁਸੀਂ। ਇਕਾਂਗੀ ਦਾ ਜਨਮ 19ਵੀਂ ਸਦੀ ਦੇ ਅੰਤ
ਅੰਤਮ ਦਹਾਕਿਆਂ ਵਿੱਚ ਹੋਇਆ। ਇਸ ਤੋਂ ਬਾਅਦ ਇੱਥੋਂ ਸਟਾਰਟ ਕਰਨਾ ਤੁਸੀਂ, ਇਹਨੂੰ ਛੱਡ ਦਿਓ ਸਾਰਿਆਂ ਨੂੰ। ਇਕਾਂਗੀ ਕੀ ਹੈ? ਇਕਾਂਗੀ ਦੀ ਪਰਿਭਾਸ਼ਾ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ। ਇਕਾਂਗੀ ਉਹ ਨਾਟਕੀ ਰੂਪ ਹੈ ਜੋ ਜੀਵਨ ਦੇ ਕਿਸੇ ਖੰਡ ਜਾਂ ਟੋਟੇ ਨੂੰ ਗਿਣੇ ਚੁਣੇ ਪਾਤਰਾਂ ਰਾਹੀਂ ਪ੍ਰਭਾਵ ਅਤੇ ਕਾਰਜ ਦੀ ਏਕਤਾ ਕਾਇਮ ਰੱਖਦਿਆਂ ਸੀਮਤ ਸਮੇਂ ਵਿੱਚ ਰੰਗਮੰਚ ਉੱਤੇ ਸਾਕਾਰ ਕਰਦਾ ਹੈ। ਇਸ ਤੋਂ ਬਾਅਦ ਹੈ ਵਿਸ਼ਾ ਵਸਤੂ। ਵਿਸ਼ਾ ਵਸਤੂ ਇਕਾਂਗੀ ਦਾ ਉਹ ਧੁਰਾ ਹੈ ਜਿਸ ਦੁਆਲੇ ਸਮੁੱਚੇ ਤੱਤਾਂ ਦਾ ਤਾਣਾ ਬਾਣਾ ਤਿਆਰ ਹੁੰਦਾ ਹੈ। ਇੱਥੇ ਤੱਕ ਕਰ ਲਿਓ। ਜੀਵਨ ਦੀ ਕਿਸੇ ਖਾਸ ਘਟਨਾ, ਵਿਚਾਰ ਜਾਂ ਗੁੰਝਲ ਨੂੰ ਆਮ ਕਰਕੇ ਇਕਾਂਗੀ ਦਾ ਵਿਸ਼ਾ ਬਣਾਇਆ ਜਾਂਦਾ ਹੈ। ਇੱਥੇ ਤੱਕ ਕਰ ਲਿਓ। ਇਸ ਤੋਂ ਬਾਅਦ ਹੈ ਕਥਾਨਕ, ਪਲਾਟ ਜਾਂ ਗੋਦ। ਕਥਾਨਕ ਇਕਾਂਗੀ ਦੀ ਆਧਾਰਸ਼ਿਲਾ ਹੈ ਜਿਸ ਵਿੱਚ ਇਕਾਂਗੀ ਦੀਆਂ ਘਟਨਾਵਾਂ ਨੂੰ ਲੜੀਵਾਰ ਪੇਸ਼ ਕੀਤਾ ਜਾਂਦਾ ਹੈ। ਇਹ ਬਹੁਤਾ ਗੁੰਝਲਦਾਰ ਨਹੀਂ ਹੁੰਦਾ, ਸਗੋਂ ਇੱਕ ਹੀਰਾ ਹੁੰਦਾ ਹੈ। ਦੀ ਸਿਰਜਣਾ ਵਿੱਚ ਸਥਾਨਕ ਰੰਗ ਭਰਨ ਵਿੱਚ ਤੇ ਕਥਾਨਕ ਵਿੱਚ ਸੁਭਾਵਿਕਤਾ ਲਿਆਉਣ ਵਿੱਚ ਸਹਾਇਕ ਹੁੰਦੇ ਹਨ। ਸੰਜਮ, ਸੰਕੇਤਤਾ, ਨਾਟਕੀਅਤਾ, ਚੁਸਤੀ, ਪਾਤਰ ਅਨੁਕੂਲਤਾ ਤੇ ਯਥਾਰਥਕਤਾ ਇਸ ਦੇ ਵਿਸ਼ੇਸ਼ ਗੁਣ ਹੁੰਦੇ ਹਨ। ਤੀਖਣ ਪ੍ਰਭਾਵ ਪਾਉਣ ਵਾਲੇ ਤੇ ਨਾਟਕੀ ਅੰਸ਼ ਵਾਲੇ ਛੋਟੇ ਛੋਟੇ ਵਾਕ ਵਾਰਤਾਲਾਪ ਨੂੰ ਕਾਫੀ ਪ੍ਰਭਾਵਸ਼ਾਲੀ ਬਣਾ ਦਿੰਦੇ ਹਨ। ਨੈਕਸਟ ਤੁਸੀਂ ਇੱਥੋਂ ਲਿਖਣਾ ਉਦੇਸ਼, ਇੱਕ ਲਾਈਨ ਹੀ ਲਿਖਣਾ ਆ। ਇਕਾਂਗੀ ਦਾ ਉਦੇਸ਼ ਸੁਹਜ ਤ੍ਰਿਪਤੀ ਵੀ ਹੋ ਸਕਦਾ ਹੈ ਤੇ ਜੀਵਨੀ ਲਈ ਉਪਯੋਗੀ ਸਿੱਧ ਹੋਣ ਵਾਲਾ ਵੀ ਹੋ ਸਕਦਾ ਹੈ। ਇਸ ਤੋਂ ਬਾਅਦ ਰੰਗਮੰਚ ਬਾਰੇ ਲਿਖਣਾ, ਜੋ ਉੱਥੇ ਦਿਖਾਇਆ ਜਾਂਦਾ ਰੰਗਮੰਚ ਉੱਤੇ। ਇਕਾਂਗੀ ਦ੍ਰਿਸ਼ ਕਾਵਿ ਦਾ ਅੰਗ ਹੈ, ਇਸ ਕਰਕੇ ਇਸ ਦੀ ਸਫਲਤਾ ਅਸਲ ਵਿੱਚ ਰੰਗਮੰਚ ਉੱਤੇ ਪੇਸ਼ ਕਰਨ ਮਗਰੋਂ ਹੀ ਪਰਖੀ ਜਾ ਸਕਦੀ ਹੈ। ਨੈਕਸਟ ਹੈ ਕਿ ਪੁਆਇੰਟ ਲਿਖਣਾ ਇਤਿਹਾਸ। ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਇਕਾਂਗੀ ਦਾ ਪਿਤਾਮਾ ਹੈ। ਉਸ ਤੋਂ ਮਗਰੋਂ ਪੰਜਾਬੀ ਸਾਹਿਤ ਵਿੱਚ ਹਰਚਰਨ ਸਿੰਘ, ਬਲਵੰਤ ਗਾਗਰੀ, ਕਰਤਾਰ ਸਿੰਘ ਦੁੱਗਲ, ਸੰਤ ਸਿੰਘ ਸੇਖੋਂ, ਕਪੂਰ ਸਿੰਘ ਘੁੰਮਣ, ਗੁਰਸ਼ਰਨ ਸਿੰਘ, ਆਤਮਜੀਤ ਅਤੇ ਅਜਮੇਰ ਸਿੰਘ ਔਲਖ ਦੁਆਰਾ ਰਚੇ ਗਏ ਇਕਾਂਗੀ ਆਪਣਾ ਵਿਸ਼ੇਸ਼ ਸਥਾਨ ਰੱਖਦੇ ਹਨ। ਇੱਥੇ ਤੱਕ ਤੁਹਾਡਾ ਕੰਪਲੀਟ ਹੋ ਜਾਂਦਾ। ਜੇ ਇੰਨਾ ਲਿਖ ਲਓਗੇ ਤੁਹਾਨੂੰ ਨੰਬਰ ਮਿਲ ਜਾਣਾ ਪੂਰਾ। ਇਸ ਤੋਂ ਬਾਅਦ ਆ ਜਾਂਦੇ ਆਪਣੇ ਕਿ 4 ਨੰਬਰ 'ਚ ਆਣਗੇ ਤੁਹਾਨੂੰ ਕਿ ਉਪਮਾ ਅਲੰਕਾਰ ਬਾਰੇ ਲਿਖੋ ਜਾਂ ਛੰਦ ਵਗੈਰਾ ਪੁੱਛਦੇ ਹੁੰਦੇ ਸਭ ਕੁਛ। ਫਿਲਹਾਲ ਤੁਸੀਂ ਉਪਮਾ ਹੋ ਗਿਆ, ਅਨੁਪ੍ਰਾਂਸ ਹੋ ਗਿਆ ਤੇ ਰਸ ਹੋ ਗਿਆ, ਇਹਨਾਂ ਬਾਰੇ ਯਾਦ ਕਰ ਲਿਓ। ਇਹਨਾਂ ਵਿੱਚੋਂ ਹੀ ਆ ਜਾਣਾ ਤੁਹਾਨੂੰ, ਇੱਕ ਆ ਜਾਣਾ। ਉਪਮਾ ਅਲੰਕਾਰ ਵਿਆਖਿਆ। ਅਲੰਕਾਰਾਂ ਵਿੱਚੋਂ ਉਪਮਾ ਅਲੰਕਾਰ ਸਭ ਤੋਂ ਮਸ਼ਹੂਰ ਅਲੰਕਾਰ ਹੈ। ਪੰਜਾਬੀ ਵਿੱਚ ਆਮ ਅਰਥ ਜਸ, ਕੀਰਤੀ, ਵਡਿਆਈ, ਪ੍ਰਸ਼ੰਸਾ ਆਦਿ ਲਿਆ ਜਾਂਦਾ ਹੈ, ਪਰ ਅਲੰਕਾਰ ਦੇ ਪ੍ਰਸੰਗ ਵਿੱਚ ਉਪਮਾ ਤੋਂ ਇਹ ਆਮ ਅਰਥ ਨਹੀਂ ਲਿਆ ਜਾਂਦਾ, ਸਗੋਂ ਇੱਥੇ ਉਪਮਾ ਇੱਕ ਅਲੰਕਾਰ ਦਾ ਨਾਂ ਹੈ। ਅਸੀਂ ਕਵਿਤਾ ਜਾਂ ਕਵਿਤਾ ਤੋਂ ਬਾਹਰ ਵੀ ਆਮ ਉਪਮਾ ਅਲੰਕਾਰ ਵਾਲੇ ਵਾਕ ਜਾਂ ਤੁਕਾਂ ਬੋਲਦੇ ਰਹਿੰਦੇ ਹਾਂ। ਸਾਡੀ ਬੋਲੀ ਵਿੱਚ ਇਹ ਵਾਕ ਤਾਂ ਆਮ ਸੁਣਿਆ ਜਾਂਦਾ ਹੈ, ਉਸ ਦਾ ਮੁਖੜਾ ਚੰਨ ਵਰਗਾ ਸੋਹਣਾ ਹੈ, ਇਹ ਉਪਮਾ ਅਲੰਕਾਰ ਹੈ। ਇਸ ਵਿੱਚ 4 ਤੱਤ ਹਨ: ਮੁਖੜਾ, ਚੰਨ ਵਰਗਾ ਸੋਹਣਾ। ਜਿੱਥੇ ਇਹ 4 ਕਾਵੀ ਟੋਟੇ ਵਿੱਚ ਹੋਣਗੇ ਉਹ ਉਪਮਾ ਅਲੰਕਾਰ ਹੁੰਦਾ ਹੈ। ਉਦਾਹਰਨ ਲਈ ਹੋਰ ਉਦਾਹਰਨ ਦੇ ਦੇਣਾ ਤੁਸੀਂ ਕਿ ਨੀ ਅੱਜ ਕੋਈ ਆਇਆ ਸਾਡੇ ਵਿਹੜੇ ਤੱਕ, ਚੰਨ ਸੂਰਜ ਟੁਕ ਟੁਕ ਨੇੜੇ। ਹੋਰ ਇਸ ਪ੍ਰਕਾਰ ਬਹੁਤ ਸਾਰੇ ਉਦਾਹਰਨ ਹੋ ਸਕਦੇ ਹਨ। ਇੰਨਾ ਤੁਸੀਂ ਲਿਖ ਦੋਗੇ ਤਾਂ 4 ਨੰਬਰ ਤੁਹਾਨੂੰ ਮਿਲ ਜਾਣਾ ਆ। ਕਿਉਂਕਿ ਆ ਦੇਖੋ, ਦੇਖਣ ਨੂੰ ਛੋਟਾ ਲੱਗਦਾ ਆ, ਜਦੋਂ ਤੁਸੀਂ ਲਿਖੋਗੇ ਤਾਂ ਲੌਂਗ ਆਏ। ਦੇਖੋ 1 ਪੇਜ ਦਾ ਆ ਪੂਰਾ। ਓਕੇ, ਦੇਖੋ ਕਿੰਨਾ ਹੀ ਆ ਨਾ, ਤਾਂ ਇਹਨਾਂ ਤੁਹਾਡਾ ਕਵਰ ਅਪ ਹੋ ਜਾਣਾ ਆ। ਇਸ ਤੋਂ ਬਾਅਦ ਨੈਕਸਟ ਜੋ ਆਪਣਾ ਹੈ ਕਿ ਰਸ ਬਾਰੇ ਲਿਖਣਾ ਸੀ। ਤੁਹਾਡੇ ਕੋਲ ਜੇ ਗਾਈਡ ਹੈ ਉੱਥੋਂ ਤੁਸੀਂ ਰੀਡਿੰਗ ਵਗੈਰਾ ਕਰ ਸਕਦੇ ਹੋ ਅਤੇ ਇੱਥੋਂ ਵੀ ਤੁਸੀਂ ਆਰਾਮ ਨਾਲ ਰੀਡਿੰਗ ਕਰ ਸਕਦੇ ਹੋ। ਇਹਨੂੰ ਕਰਕੇ ਜਾਇਓ ਚੰਗੀ ਤਰ੍ਹਾਂ। ਉਸ ਤੋਂ ਬਾਅਦ ਇਕਾਂਗੀ ਹੋ ਗਿਆ ਆਪਣਾ, ਹੈ ਨਾ। ਇੰਨਾ ਤੁਸੀਂ ਫਿਲਹਾਲ ਰਿਵੀਜ਼ਨ ਕਰੋ ਇਹਦੀ, ਫਿਰ ਆਪਾਂ ਨੈਕਸਟ ਵੀਡੀਓ ਲੈ ਕੇ ਆਉਂਦੇ ਹਾਂ। ਓਕੇ ਬਾਏ, ਟੇਕ ਕੇਅਰ, ਕੀਪ ਸਮਾਈਲਿੰਗ।